ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਹਰ ਕਾ ਨਾਮ ਤੇ ਆਏ ਸੁਨ। ਹਰ ਕਾ ਨਾਮ ਤੇ ਆਏ ਸੁਨ। ਸਭਨਾਂ ਨੂੰ ਕਰ ਦਾਨ। ਸਭਨਾਂ ਨੂੰ ਕਰ ਦਾਨ। ਮਗ ਮਜਨ ਸੰਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਜਨਮ ਕਰਮ ਮਲ ਉਤਰੈ। ਜਨਮ ਕਰਮ ਮਲ ਉਤਰੈ। ਮਨ ਤੇ ਜਾਏ ਗੁਮਾਨ। ਮਨ ਤੇ ਜਾਏ ਗੁਮਾਨ। ਜਨਮ ਕਰਮ ਮਲ ਉਤਰੈ। ਮਨ ਤੇ ਜਾਏ ਗੁਮਾਨ। ਮਨ ਤੇ ਜਾਏ ਗੁਮਾਨ। ਮਨ ਤੇ ਜਾਏ ਗੁਮਾਨ। ਮਨ ਤੇ ਜਾਏ ਗੁਮਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਹਰ ਕਾ ਨਾਮ ਤੇ ਆਏ ਸੁਨ। 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 ਸਭਨਾਂ ਨੂੰ ਕਰ ਦਾਨ। ਸਭਨਾਂ ਨੂੰ ਕਰ ਦਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਕਾਮ ਕ੍ਰੋਧ ਨਾ ਮੋਹੀਐ। ਕਾਮ ਕ੍ਰੋਧ ਨਾ ਮੋਹੀਐ। ਕਾਮ ਕ੍ਰੋਧ ਨਾ ਮੋਹੀਐ। ਬਿਨ ਸੈ ਲੋਭ ਸੁਆਨ। ਬਿਨ ਸੈ ਲੋਭ ਸੁਆਨ। ਬਿਨ ਸੈ ਲੋਭ ਸੁਆਨ। ਬਿਨ ਸੈ ਲੋਭ ਸੁਆਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਮਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ। ਹਰ ਕਾ ਨਾਮ ਤੇ ਆਏ ਸੁਨ। ਹਰ ਕਾ ਨਾਮ ਤੇ ਆਏ ਸੁਨ। ਹਰ ਕਾ ਨਾਮ ਤੇ ਆਏ ਸੁਨ। ਸਭਨਾਂ ਨੂੰ ਕਰ ਦਾਨ। ਸਭਨਾਂ ਨੂੰ ਕਰ ਦਾਨ।
ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚਲਦਿਆਂ ਸੱਚੇ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ। ਸੱਚੇ ਮਾਰਗ ਚੱਲਦਿਆਂ ਉਸਤ ਕਰੈ ਜਹਾਨ। ਉਸਤ ਕਰੈ ਜਹਾਨ। ਉਸਤ ਕਰੈ ਜਹਾਨ। ਉਸਤ ਕਰੇ ਜਹਾਨ। ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ। 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿੰਨਾ ਮਿਲਿਆ ਪ੍ਰਭ ਆਪਣਾ ਜਿੰਨਾ ਮਿਲਿਆ ਪ੍ਰਭ ਆਪਣਾ ਜਿੰਨਾ ਮਿਲਿਆ ਪ੍ਰਭ ਆਪਣਾ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਨਾਨਕ ਤਿਨ ਕੁਰਬਾਨ। ਮਾਗ ਸੁੱਚੇ ਸੇ ਕਾਂਢੀ ਹੈ। ਮਾਗ ਸੁੱਚੇ ਸੇ ਕਾਂਢੀ ਹੈ। ਜਿਨ ਪੂਰਾ ਗੁਰ ਮਿਹਰਬਾਨ। ਜਿਨ ਪੂਰਾ ਗੁਰ ਮਿਹਰਬਾਨ। ਜਿਨ ਪੂਰਾ ਗੁਰ ਮਿਹਰਬਾਨ। ਜਿਨ ਪੂਰਾ ਗੁਰ ਮਿਹਰਬਾਨ। ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਨ। ਹਰ ਕਾ ਨਾਮ ਧਿਆਏ ਸੁਨ। ਹਰ ਕਾ ਨਾਮ ਧਿਆਏ ਸੁਨ। ਸਭਨਾਂ ਨੂੰ ਕਰ ਦਾਨ। ਸਭਨਾਂ ਨੂੰ ਕਰ ਦਾਨ। ਮਾਗ ਮਜਨ ਸੰਗ ਸਾਧੂਆਂ ਕੁੜੀ ਕਰ ਇਸ਼ਨਾਨ। ਕੁੜੀ ਕਰ ਇਸ਼ਨਾਨ। ਸੁਣੋ ਬੇਨੰਤੀ ਠਾਕੁਰ ਮੇਰੇ,
ਸੁਣੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ। ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ। ਪ੍ਰਭ ਜੀਓ ਖਸਮਾਨਾ ਕਾਰ ਪਿਆਰੇ। ਬੁਰੇ ਭਲੇ ਹਮ ਥਾਰੇ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ। ਪੈਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਪ੍ਰਭੂ ਜੀਓ ਖਸਮਾਨਾ ਕਰ ਪਿਆਰੇ। बुरे भले हम थारे। बुरे भले हम थारे। बुरे भले हम। सारे रसना पवित्र करो, सारे बोलो। बुरे भले हम थारे। बुरे भले हम थारे। बुरे भले हम। प्रभ जीओ खसमाना कर प्यारे। प्रभ जीओ खसमाना कर प्यारे। प्रभ जीओ प्रभु जीओ खसमाना कर। बुरे भले हम थारे। बुरे भले हम थारे। बुरे भले हम। वाह वाह। बुरे हाँ भले हाँ पर तुहाडे आ। बस यही बात है। हजूर ने सानू समझाई है, समझाई है, पर जिन्हों ने समझ लई है तो पल्ले बन लई है। अव्वल तो वो थिड़कते ही नहीं है, नहीं थिड़कते। जे किते जीवन में थिड़क भी जान ना तो थिड़क के फिर किते होर नहीं जाते, फिर भटकते नहीं है, फिर आ जाते ते आखदे ने प्रभ जीओ खसमाना कर प्यारे। खसमाना खसम पुना तुहाडे जो होए, तुसी साडे खसम होए, अपनियां दी संभाल करो। जैसे कैसे भी असी हैगे हाँ, बुरे जां भले। बुरे भले हम थारे। थारे मैनू तुहाडे। बुरे हाँ तां भी तुहाडे, भले हाँ तां भी तुहाडे। किरपा करो सानू बख्शो, सानू बख्शो। सुनो बेनंती ठाकुर मेरे, जी जंत तेरे धारे। राख पैज नाम अपने की। वाह वाह। सुरती किते इत्थे चली जावे ना, गल ही कुछ होर बन जाती है, गल ही कुछ होर बन जाती है। असी ना संसारी बंदे शायद इवें बरीकी दे नाल गल नूं नहीं समझते, या साडा ध्यान उत्थे तक नहीं जाता, फिर असी इवें सोच नहीं सकते। पर जे असी इवें सोच लईए ना ते असी कहिए पातशाह ये जी जंत तेरे धारे, ये बनाए तुहाडे नहीं, टिकाए भी तुहाडे ही होए ने। जे जिउं रहे ने, चल रहे ने ते तुहाडे आसरे। ते असी ਜਿਹੜੇ हाँ भले तो नहीं है। हम अवगुण करें असंख नीत, हम अकिरत घनारे हैं। अजिहियां सारियां जिहड़ियां करतूतां ने, हरकतां ने, कमज़ोर हरकतां, ये सारियां साडे जीवन का अंग ने, साडे जीवन का हिस्सा ने। असी रोज़ नित ही इवें करते हैं। पर तुसी हो
ਸਾਡੇ ਖਸਮ, ਸਾਡੇ ਮਾਲਕ। ਰਾਖ ਪੈਜ ਨਾਮ ਆਪਣੇ ਕੀ, ਆਪਣੇ ਨਾਮ ਦੀ ਪੈਜ ਰੱਖੋ, ਆਪਣੇ ਬਿਰਧ ਦੀ ਸੰਭਾਲ ਰੱਖੋ, ਆਪਣੇ ਬਿਰਧ ਦੀ ਸੰਭਾਲ ਕਰੋ। ਬਿਰਧ ਦੀ ਸੰਭਾਲ ਕੀ ਹੈ? ਅਸੀਂ ਤੁਹਾਡੇ ਹਾਂ, ਤੁਹਾਡੇ ਨਾਲ ਜੁੜੇ ਹੋਏ ਹਾਂ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਮਨ ਹਾਰੇ। ਸਾਰੇ ਸਬੱਬ ਤੁਸੀਂ ਬਣਾਉਣੇ ਨੇ, ਪਹਿਲਾਂ ਨਹੀਂ ਬਣਾਏ ਤੇ ਹੁਣ ਬਣਾ ਦਿਓ। ਹਾਂਜੀ, ਹੁਣ ਬਣਾ ਦਿਓ। ਮੈਨੂੰ ਸਧਾਰਨ ਸੁਭਾਵਕ ਹੀ ਨਾ ਇਹ ਸਾਖੀ ਯਾਦ ਆਈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦੋ ਸਿੱਖ ਹੋਏ ਨੇ, ਭਰਾ ਸਨ, ਤਾਏ ਚਾਚੇ ਦੇ ਪੁੱਤਰ, ਸ਼ੀਆਂ ਤੇ ਗੱਜਣ। ਇਹ ਨਾ ਲਾਹੌਰ ਦੇ ਕਿਤੇ ਨੇੜੇ ਰਹਿੰਦੇ ਸਨ। ਠੀਕ ਨਿਸ਼ਾਨਦੇਹੀ ਨਹੀਂ ਹੁੰਦੀ, ਪਰ ਐਂ ਪਤਾ ਲੱਗਦਾ ਵੀ ਉੱਥੇ ਕਰਕੇ ਰਹਿੰਦੇ ਸਨ। ਸੰਗਤਾਂ ਕਿਤੇ ਦੁਰਾਡਿਓਂ ਆ ਰਹੀਆਂ ਸਨ ਤੇ ਉਹ ਨਾ ਅਚਾਨਕ ਹੀ ਇਹਨਾਂ ਦੇ ਕੋਲ, ਇਹਨਾਂ ਦੇ ਘਰ ਆ ਗਈਆਂ। ਸ਼ੀਏ ਨੇ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਵਿਆਹ ਨਾਲ ਸੰਬੰਧਿਤ ਮਠਿਆਈਆਂ ਤਿਆਰ ਕੀਤੀਆਂ ਹੋਈਆਂ ਸਨ। ਸੰਗਤ ਜਿਸ ਵੇਲੇ ਆਈ, ਸਾਰਿਆਂ ਨੂੰ ਸੰਭਾਲਿਆ, ਉਹ ਸਾਰਿਆਂ ਨੂੰ ਛਕਾ ਦਿੱਤੀਆਂ। ਸਵੇਰ ਵੇਲੇ ਅਗਲੇ ਭਲਕ ਜਦੋਂ ਸੰਗਤ ਤੁਰ ਕੇ ਉੱਠ ਕੇ ਤੇ ਕਰਤਾਰਪੁਰ ਨੂੰ ਰਵਾਨਾ ਹੋਈ, ਅਜੇ ਸੰਗਤ ਗਈ ਹੈ ਤੇ ਬਰਾਤ ਦੇ ਵਾਜੇ ਵੱਜਣ ਲੱਗ ਪਏ। ਬਰਾਤ ਆ ਗਈ, ਬਰਾਤ ਆ ਗਈ। ਬਾਹਰ ਨਿਕਲ ਕੇ ਜੀ ਆਇਆਂ ਕਿਹਾ, ਲੈ ਆਏ। ਹਾਂਜੀ, ਥੋੜ੍ਹੇ ਬਹੁਤੇ ਮੇਲੇ ਗੇਲੇ ਤੋਂ ਬਾਅਦ ਫਿਰ ਪੰਗਤਾਂ ਲਵਾਈਆਂ, ਹੱਥ ਧੋਣ ਲੱਗ ਪਏ। ਸ਼ੀਆਂ ਦੀ ਘਰਵਾਲੀ ਆਈ ਦੌੜ ਕੇ ਤੇ ਆ ਕੇ ਨਾ ਉਹ ਕਹਿਣ ਲੱਗੀ, ਉਦੋਂ ਸ਼ਬਦ ਵਰਤਿਆ ਕਰਦੀਆਂ ਸਨ ਬੀਬੀਆਂ, ਸੁਆਮੀ, ਸੁਆਮੀ ਤੁਸੀਂ ਕੀ ਕਰਨ ਲੱਗੇ ਹੋ? ਕੋਈ ਕੁੜਮਾਂ ਦੇ ਨਾਲ ਮਜ਼ਾਕ ਕਰਦਾ, ਹਾਸੀ ਕਰਦਾ, ਤੁਸੀਂ ਕੁੜਮਾਂ ਨਾਲ ਹਾਸੀ ਕਰਨ ਲੱਗੇ ਹੋ? ਭਾਈ ਸਾਹਿਬ ਕਹਿੰਦੇ ਨੇ ਕੀ ਹੋਇਆ? ਕਹਿੰਦੇ ਨੇ ਦੇਖੋ, ਜਿੰਨੀਆਂ ਮਠਿਆਈਆਂ ਬਣੀਆਂ ਸੀ ਉਹਦੇ ਵਿੱਚੋਂ ਬਹੁਤੀਆਂ ਤਾਂ ਸੰਗਤਾਂ ਛਕ ਗਈਆਂ ਰਾਤੀ, ਤੇ ਤੁਸੀਂ ਹੁਣ ਸਾਰਿਆਂ ਦੀਆਂ ਪੰਗਤਾਂ ਲਵਾਈ ਜਾਂਦੇ ਹੋ, ਹੱਥ ਧੁਆਈ ਜਾਂਦੇ ਹੋ, ਤੇ ਸੋਚਿਆ ਹੈਗਾ ਤੁਸਾਂ ਵੀ ਸਾਰਿਆਂ ਦੇ ਛਕਣ ਵਾਸਤੇ ਮਠਿਆਈਆਂ ਬਾਕੀ ਹੈਗੀਆਂ ਨੇ, ਨਹੀਂ ਤੇ ਕੁੜਮਾਂ ਨਾਲ ਹਾਸੀ ਨਹੀਂ ਹੋਵੇਗੀ। ਜਿਹੜੀ ਗੱਲ ਉਹਨਾਂ ਨੇ ਉਸ ਵੇਲੇ ਆਖੀ ਨਾ, ਉਹ ਮੈਨੂੰ ਚੇਤੇ ਆਈ ਹੁਣ। ਐਉਂ ਨਾ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਭਲੀਏ ਗੁਰੂ ਨਾਨਕ ਦੀ ਟੇਕ ਰੱਖ, ਗੁਰੂ ਨਾਨਕ ਦੀ ਟੇਕ। ਕਹਿੰਦੀ ਕਿਹੜੇ ਗੁਰੂ ਨਾਨਕ ਸਾਹਿਬ ਦੀ? ਕਰਤਾਰਪੁਰ ਵਾਲਿਆਂ ਦੀ, ਬਾਬਾ ਜੀ ਦੀ? ਹਾਂ। ਜਿੰਦੇ ਤੁਸੀਂ ਸਿੱਖ ਹੋ? ਕਹਿੰਦੇ ਹਾਂ। ਕਹਿੰਦੇ ਤੂੰ ਸੋਚ, ਅਸੀਂ ਸਿੱਖ ਕਹਿੰਦੇ ਆ? ਕਹਿੰਦੇ ਬਾਬਾ ਨਾਨਕ ਜੀ ਦੇ। ਸਾਡੇ ਧੀਆਂ ਪੁੱਤਰ ਕਿਹਦੇ ਨੇ? ਕਹਿੰਦੇ ਬਾਬਾ ਨਾਨਕ ਜੀ ਦੇ। ਕਹਿੰਦੇ ਫਿਰ ਧੀਆਂ ਪੁੱਤਰ ਦੇ ਕਾਰਜ ਕਿਹਦੇ ਨੇ? ਐ ਨਾ ਸਿੱਧੇ ਜਿਹੇ ਸ਼ਬਦਾਂ ਵਿੱਚ, ਅਸੀਂ ਕਿਹਦੇ ਆ? ਗੁਰੂ ਨਾਨਕ ਦੇ। ਬੱਚੇ ਕਿਹਦੇ ਨੇ? ਗੁਰੂ ਨਾਨਕ ਦੇ। ਕਾਰਜ ਕਿਹਦੇ ਨੇ? ਗੁਰੂ ਨਾਨਕ ਦੇ। ਤੇ ਕਹਿੰਦੇ ਨੇ ਫਿਰ ਤੂੰ ਨਾ ਗੁਰੂ ਨਾਨਕ ਦਾ ਨਾਮ ਲੈ ਕੇ ਤੇ ਵਰਤਾਈ ਜਾ, ਬਾਦ ਘਾਟ ਗੁਰੂ ਨਾਨਕ ਸਹਾਈ ਹੋਣਗੇ। ਵਾਹਿਗੁਰੂ। ਅਰਦਾਸਾ ਕੀਤਾ, ਉਵੇਂ ਹੀ ਹੋ ਗਿਆ। 5 ਦਿਨ ਉਹਨਾਂ ਸਮਿਆਂ ਦੇ ਵਿੱਚ 5 ਦਿਨ ਬਰਾਤ ਆਪਣੇ ਘਰ ਠਹਿਰਾਈ, ਪਰਦਾ ਬਣਿਆ ਰਿਹਾ ਲਗਾਤਾਰ। ਜਿਸ ਵੇਲੇ ਚਲੇ ਗਏ ਨਾ ਤੇ ਦੌੜ ਕੇ ਆਈ ਤੇ ਆ ਕੇ ਨਾ ਮੱਥਾ ਟੇਕਣ ਲੱਗੀ। ਕਹਿੰਦੀ ਮੈਂ ਪਹਿਲਾਂ ਸਮਝਿਆ ਹੀ ਨਹੀਂ, ਸੋਚਿਆ ਹੀ ਨਹੀਂ ਸੀ ਕਦੀ ਬਈ ਤੁਸੀਂ ਇੰਨੀ ਕਲਾ ਵਾਲੇ ਹੋ ਗਏ ਹੋ, ਇੰਨੀ ਸ਼ਕਤੀ ਵਾਲੇ ਹੋ ਗਏ ਹੋ। ਕਹਿੰਦੇ ਨਹੀਂ ਭਲੀਏ, ਤੈਨੂੰ ਭੁਲੇਖਾ ਪੈ ਗਿਆ। ਫਿਰ ਮੈਂ ਨਹੀਂ ਕਲਾ ਵਾਲਾ, ਮੈਂ ਨਹੀਂ ਸ਼ਕਤੀ ਵਾਲਾ, ਪਰ ਜਿਸ ਦੇ ਨਾਲ ਮੈਂ ਜੁੜਿਆ ਨਾ ਉਹ ਕਲਾ ਵਾਲਾ ਹੈ, ਉਹ ਸ਼ਕਤੀ ਵਾਲਾ ਹੈ। ਕਹਿੰਦੇ ਕਲਾ ਪਤਾ ਕਦੋਂ ਵਰਤਦੀ ਹੁੰਦੀ ਹੈ? ਜਦੋਂ ਉਸ ਦੇ ਬਣ ਜਾਈਏ, ਜਦੋਂ ਉਸ 'ਤੇ ਸਮਰਪਿਤ ਹੋ ਜਾਈਏ। ਮੈਨੂੰ ਬਚਨ ਇਸ ਲਈ ਯਾਦ ਆਇਆ, ਪੰਜਵੇਂ ਪਾਤਸ਼ਾਹ ਹਜ਼ੂਰ ਜਦੋਂ ਆਖਦੇ ਨੇ, ਹਾਂਜੀ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਤੇ ਫਿਰ ਨਤੀਜਾ ਕੀ ਨਿਕਲਿਆ?
ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਓ ਪਹਿਨਾਇਆ। ਅੱਜ ਕੱਲ੍ਹ ਆਪਾਂ ਨੂੰ ਸਿਰੋਪਾ ਜਿਹੜਾ ਹੈ 2-2.5 ਗਜ਼ ਦਾ ਜਾਂ ਕੁਛ ਇਸ ਤਰ੍ਹਾਂ ਪ੍ਰਚਲਿਤ ਜਿਵੇਂ ਹੁੰਦਾ ਹੈ, ਇਹਨੂੰ ਚੱਲ ਰਿਹਾ ਹੈ। ਪਰ ਉਦੋਂ ਨਾ ਦਰਬਾਰਾਂ ਵਿੱਚ ਸਿਰੋਪਾ ਦਿੱਤੇ ਜਾਂਦੇ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਢੱਕਿਆ ਜਾਂਦਾ ਸੀ। ਹੁਣ ਇੱਕ ਪ੍ਰਕਾਰ ਦਾ ਚੋਗਾ ਪਹਿਨਾਇਆ ਜਾਂਦਾ ਹੁੰਦਾ ਸੀ। ਪਹਿਰ ਸਿਰ ਪਾਓ, ਪਹਿਰਾ ਕੇ ਸੇਵਕ ਜਨ ਮੇਲੇ, ਨਾਲੇ ਸੀਨੇ ਨਾਲ ਲਾ ਲਿਆ ਨਾਨਕ ਪ੍ਰਗਟ ਪਹਾੜ ਹੈ। ਸਾਰੇ ਜਗਤ ਦੇ ਵਿੱਚ ਗੱਲ ਜਿਹੜੀ ਸੀ ਪ੍ਰਗਟ ਹੋ ਗਈ। ਆਪਾਂ ਨਾ ਪਿਛਲੇ ਦਿਨਾਂ ਤੋਂ ਲਗਾਤਾਰ ਲੋਹੜੀ ਵਾਲੇ ਦਿਨ ਸਵੇਰ ਤੋਂ ਲੈ ਕੇ ਸਵੇਰੇ ਵੀ ਸ਼ਾਮ ਵੀ, ਸਵੇਰੇ ਵੀ ਸ਼ਾਮ ਵੀ, ਸਵੇਰੇ ਵੀ ਸ਼ਾਮ ਵੀ 6 ਦੀਵਾਨਾਂ ਵਿੱਚ ਨਾ ਸਮੇਂ ਸਮੇਂ ਅਨੁਸਾਰ, ਪ੍ਰਸੰਗ ਦੇ ਅਨੁਸਾਰ, ਸ਼ਬਦ ਦੇ ਪ੍ਰਸੰਗ ਦੇ ਅਨੁਸਾਰ ਆਪਾਂ ਮਾਘੀ ਮੁਕਤਸਰ ਦੇ ਸ਼ਹੀਦਾਂ ਦੀ ਗੱਲ ਕਰਦੇ ਰਹੇ, ਵਿਚਾਰ ਕਰਦੇ ਰਹੇ। ਇਹ ਬੱਚੇ ਨੂੰ ਕੋਲ ਬਿਠਾ ਲਓ ਪਲੀਜ਼। ਸ਼ਹੀਦਾਂ ਦੀ ਗੱਲ ਕਰਦੇ ਰਹੇ ਆਪਾਂ। ਪਰ ਬਹੁਤ ਸਾਰੇ ਸੱਜਣ, ਬਹੁਤ ਸਾਰੇ ਭੈਣਾਂ ਭਾਈ, ਤੁਸੀਂ ਸਾਰੇ ਜਿਹੜੇ ਹੋ ਸ਼ਾਇਦ ਵੀਕਡੇਜ਼ ਵਿੱਚ ਨਾ ਸੁਣ ਸਕੇ ਹੋਵੋ, ਦੀਵਾਨਾਂ ਦੇ ਵਿੱਚ ਹਾਜ਼ਰੀ ਨਾ ਭਰ ਸਕੇ ਹੋਵੋ। ਮੈਂ ਸੰਖੇਪਤਾ ਨਾਲ ਫਿਰ ਦੁਹਰਾਵਾਂ। ਮੁਕਤਸਰ ਦੇ ਮੁਕਾਮ 'ਤੇ ਉਸ ਵੇਲੇ ਖਿਦਰਾਣਾ ਆਖਿਆ ਜਾਂਦਾ ਸੀ। ਖਿਦਰਾਣੇ ਦੇ ਕੋਲ ਤਲਾਅ ਸੀ ਜਿਹਨੂੰ ਢਾਬ ਆਖਿਆ ਜਾਂਦਾ ਸੀ, ਬੋਲਿਆ ਜਾਂਦਾ ਸੀ। ਰੁਪਏ ਆਣੇ ਤੋਂ ਗੁਰੂ ਸਾਹਿਬ ਖਿਦਰਾਣੇ ਨੂੰ ਆ ਰਹੇ ਸਨ। ਜਦੋਂ ਢਾਬ ਦੇ ਬਿਲਕੁਲ ਨੇੜੇ ਦੇ ਪਹੁੰਚੇ ਨੇ ਤੇ ਇਹ ਸੱਜਣ ਮਾਝੇ ਤੋਂ ਚੱਲ ਕੇ ਆਏ। ਇੱਥੇ ਮਿਲਾਪ ਹੋਇਆ। ਮਿਲਾਪ ਜਿਸ ਵੇਲੇ ਹੋਇਆ ਤੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਤੁਸੀਂ ਥੋੜ੍ਹੇ ਮਿੰਟ ਸਾਨੂੰ ਦਿਓ, ਕੁਝ ਪਲ ਦਿਓ, ਤੇ ਆਪਾਂ ਬੈਠ ਕੇ ਨਾ ਅਸੀਂ ਤੁਹਾਡੇ ਨਾਲ ਬਚਨ ਕਰਨਾ ਚਾਹੁੰਦੇ ਹਾਂ। ਸਤਿਗੁਰੂ ਮਹਾਰਾਜ ਬੈਠੇ, ਬੈਠ ਕੇ ਤੇ ਬਚਨ ਕੀ ਕਰਨ ਲੱਗੇ। ਬਖੇੜੇ ਬੜੇ ਹੋਏ, ਨੁਕਸਾਨ ਬੜਾ ਹੋਇਆ, ਪਰ ਜੇ ਤੁਸੀਂ ਕਿਰਪਾ ਕਰਕੇ ਨਾ ਹੁਣ ਸਾਡੇ ਨਾਲ ਸਾਡੇ ਇਲਾਕੇ ਵਿੱਚ ਚਲੇ ਚੱਲੋ। ਉਹਨਾਂ ਦਾ ਇਲਾਕਾ ਸੀ ਝਬਾਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ। ਹੁਣ ਤਰਨ ਤਾਰਨ ਪੈਣ ਲੱਗ ਪਿਆ ਹੈ ਜ਼ਿਲ੍ਹਾ ਅੰਮ੍ਰਿਤਸਰ। ਤੁਸੀਂ ਸਾਡੇ ਕੋਲ ਚਲੇ ਚੱਲੋ ਪਾਤਸ਼ਾਹ, ਤੇ ਜੇ ਤੁਸੀਂ ਆਗਿਆ ਕਰੋਗੇ ਤੇ ਲਾਹੌਰ ਵਾਲਿਆਂ ਨਾਲ ਅਸੀਂ ਗੱਲਬਾਤ ਕਰਵਾ ਦਿਆਂਗੇ, ਤੇ ਲਾਹੌਰ ਵਾਲਿਆਂ ਦੇ ਰਾਹੀਂ ਅਸੀਂ ਦਿੱਲੀ ਵਾਲਿਆਂ ਨਾਲ ਗੱਲਬਾਤ ਕਰ ਦਿਆਂਗੇ, ਤਾਂ ਕਿ ਆਹ ਜਿਹੜੇ ਝਗੜੇ ਤੇ ਲੜਾਈਆਂ ਵਾਲੀ ਗੱਲ ਹੈ ਨਾ, ਇਹ ਮੁੱਕ ਜਾਵੇ ਵਿੱਚੋਂ। ਬੜਾ ਨੁਕਸਾਨ ਹੋ ਗਿਆ। ਸਤਿਗੁਰੂ ਮਹਾਰਾਜ ਉਹਨਾਂ ਨੂੰ ਨਾ ਪਿਆਰ ਨਾਲ ਸਮਝਾਉਂਦੇ ਨੇ, ਕਹਿੰਦੇ ਨੇ ਅਸੀਂ ਅੰਮ੍ਰਿਤਸਰ ਚਲੇ ਚਲੀਏ, ਤੁਹਾਡੇ ਉਸ ਇਲਾਕੇ ਵਿੱਚ ਚਲੇ ਜੀ। ਕਹਿੰਦੇ ਹਾਂ ਜੀ, ਕਿਉਂਕਿ ਉੱਥੇ ਨਾ ਵਜ਼ੀਰ ਖਾਨ ਦਾ ਜਿਹੜਾ ਸਰਹੰਦ ਦਾ ਪ੍ਰਬੰਧ ਹੈ ਉਹ ਉੱਥੇ ਦਖਲਅੰਦਾਜ਼ੀ ਨਹੀਂ ਕਰ ਸਕਦਾ। ਜਿਹੜਾ ਮੁਲਤਾਨ ਵਾਲਿਆਂ ਦਾ ਪ੍ਰਬੰਧ ਹੈ ਉਹ ਉੱਥੇ ਦਖਲਅੰਦਾਜ਼ੀ ਨਹੀਂ ਕਰ ਸਕਦਾ। ਲਾਹੌਰ ਦਰਬਾਰ ਦੇ ਨਾ ਉੱਥੇ ਪਹੁੰਚਿਆ, ਜਿਸ ਦੇ ਅਸੀਂ ਚੌਧਰੀ ਹਾਂ। ਸਤਿਗੁਰੂ ਕਹਿਣ ਲੱਗੇ, ਇਹ ਚੰਗੀ ਗੱਲ ਹੈ ਤੁਸੀਂ ਚੌਧਰੀ ਹੋ, ਅਸੀਂ ਤੁਹਾਨੂੰ ਜਾਣਦੇ ਹਾਂ, ਭਲੀ ਪ੍ਰਕਾਰ ਜਾਣਦੇ ਹਾਂ। ਬਾਬਾ ਲੰਗਾਹ ਜੀ ਦੇ ਸਮੇਂ ਤੋਂ ਲੈ ਕੇ ਅਸੀਂ ਤੁਹਾਨੂੰ ਜਾਣਦੇ ਹਾਂ। ਤੁਸੀਂ ਬੜੇ ਖੈਰਖਾਹ ਹੋ, ਗੁਰੂ ਘਰ ਦੇ ਪਿਆਰ ਕਰਨ ਵਾਲੇ ਹੋ, ਵਫਾਦਾਰ ਹੋ, ਸਾਰਾ ਪਰਿਵਾਰ ਤੁਹਾਡਾ ਲਗਾਤਾਰ। ਪਰ ਜਿਹੜੀ ਗੱਲ ਤੁਸੀਂ ਆਖੀ ਹੈ ਕਿਵੇਂ ਹੋਵੇ? ਤੁਸੀਂ ਚਾਹੁੰਦੇ ਹੋ ਸਮਝੌਤਾ ਹੋਵੇ? ਕਹਿੰਦੇ ਹਾਂ। ਹਜ਼ੂਰ ਕਹਿਣ ਲੱਗੇ, ਇੱਕ ਹਮਲਾਵਰ ਹੈ, ਦੂਜਾ ਹਮਲੇ ਦਾ ਸ਼ਿਕਾਰ ਹੈ, ਦੋਹਾਂ ਦੇ ਵਿੱਚ ਸਮਝੌਤਾ ਕੀ ਹੋਵੇਗਾ? ਅਸੀਂ ਅੱਜ ਤੱਕ ਉਹਨਾਂ ਦਾ ਇਲਾਕਾ ਦੱਬਿਆ, ਉਹਨਾਂ ਦਾ ਅਸਾਂ ਨੇ ਕੋਈ ਨੁਕਸਾਨ ਕੀਤਾ? ਲੇਕਿਨ ਉਹਨਾਂ ਨੇ ਲਗਾਤਾਰ ਬਾਬਰ ਕਿਆਂ ਨੇ ਕਦੀ 5ਵੇਂ ਪਾਤਸ਼ਾਹ ਮਹਾਰਾਜ ਨੂੰ ਤਤੀਆਂ ਲੋਹਾਂ 'ਤੇ ਬਿਠਾਇਆ, 9ਵਿਆਂ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ। ਹੁਣ ਆ ਥੋੜ੍ਹੇ ਦਿਨਾਂ ਦੀਆਂ ਗੱਲਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਮਾਤਾ ਜੀ ਹੋਰਾਂ ਨੂੰ ਸ਼ਹੀਦ ਕੀਤਾ। ਪਹਿਲਾਂ ਕਿਤੇ ਐਵੇਂ ਹੋ ਜਾਂਦਾ ਤੇ ਹੋ ਸਕਦਾ ਸੀ ਕੁਛ, ਪਰ ਪਹਿਲਾਂ ਤਾਂ ਤੁਸੀਂ ਬੋੜੇ ਕੋਈ ਨਾ ਕਿਸੇ ਧਿਆਨ ਨਾ ਕੀਤਾ। ਗੁਰੂ ਅਰਜਨ ਦਰਿਆਏ ਨਾ ਬੋੜਿਓ, ਤੇਗ ਬਹਾਦਰ ਸੀਸ ਨਾ ਫੋੜਿਓ, ਸ਼ੀਰ ਖੋੜ ਦੋ ਨਾ ਕਤਲਾਏ। ਇਹਨਾਂ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ। ਕਹਿੰਦੇ ਮਹਾਰਾਜ ਜੇ ਫਿਰ ਤੁਸੀਂ ਐਵੇਂ ਚੱਲਦੇ ਰਹੋ ਤੇ ਫਿਰ ਸਾਡੇ ਕੋਲੋਂ ਸਿੱਖੀ ਨਿਭਾਉਣੀ ਔਖੀ ਹੈ, ਫਿਰ ਸਾਨੂੰ ਆਗਿਆ ਦੇ ਦਿਓ, ਚੱਲਦੇ ਹਾਂ ਫਿਰ ਅਸੀਂ।
ਸਤਿਗੁਰੂ ਕਹਿਣ ਲੱਗੇ ਜੇ ਤੁਸੀਂ ਇਉਂ ਸਮਝਦੇ ਹੋ ਵੀ ਸਿੱਖੀ ਨਾਲੋਂ ਚੌਧਰ ਰੱਖਣੀ ਨਿਭਾਉਣੀ ਜ਼ਰੂਰੀ ਹੈ ਤੇ ਜਾਣ ਤੋਂ ਪਹਿਲਾਂ ਇੱਕ ਕੰਮ ਕਰ ਦਿਓ, ਤੁਹਾਡੇ ਲਈ ਵੀ ਸੌਖਾ ਹੋ ਜਾਵੇਗਾ। ਆਪਣੇ ਨਵਾਬਾਂ ਨੂੰ, ਆਪਣੇ ਸੂਬੇਦਾਰਾਂ ਨੂੰ ਸਾਰਾ ਕੁਝ ਦੱਸਣਾ ਸੌਖਾ ਹੋ ਜਾਵੇਗਾ। ਕਹਿੰਦੇ ਜੀ ਕੀ? ਹਜ਼ੂਰ ਕਹਿੰਦੇ ਨੇ ਲਿਖ ਕੇ ਦੇ ਦਿਓ, ਨਾ ਤੁਸੀਂ ਸਾਡੇ ਗੁਰੂ ਨਾ ਅਸੀਂ ਤੁਹਾਡੇ ਸਿੱਖ। ਦੱਸ ਦਿਆਂ ਜੇ ਸਾਰਿਆਂ ਨੂੰ, ਜਿਹੜਾ ਤੁਹਾਨੂੰ ਕੋਈ ਪੁੱਛੇਗਾ ਨਾ ਬਈ ਤੁਸੀਂ ਚਿਹਰੇ ਮੋਹਰੇ ਤੋਂ ਕਰਕੇ ਹਰ ਤਰ੍ਹਾਂ ਕਰਕੇ ਅੰਮ੍ਰਿਤ ਛਕਿਆ, ਤੁਸੀਂ ਸਿੰਘ ਸਜੇ ਹੋਏ ਹੋ, ਸ਼ਸਤਰ ਧਾਰੀ ਰਹਿੰਦੇ ਹੋ, ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ। ਕਹਿ ਦਿਆਂ ਜੀ ਅਸੀਂ ਲਿਖ ਕੇ ਦੇ ਆਏ ਹਾਂ ਵੀ ਅਸੀਂ ਉਹਨਾਂ ਦੇ ਸਿੱਖ ਨਹੀਂ ਹੈਗੇ, ਨੋ ਮੋਰ। ਲਿਖ ਦਿੱਤਾ, ਸਾਈਨ ਕਰ ਦਿੱਤੇ। ਔਰ ਸਾਡੇ ਸਾਖੀਕਾਰ ਕਹਿੰਦੇ ਨੇ ਸਾਈਨ ਕਰਨ ਵਾਲਾ ਮੁਖੀ ਤਾਂ ਜਿਹੜਾ ਚੌਧਰੀ ਸੀ ਉਹ ਭਾਗ ਸਿੰਘ ਸੀ। ਅਜੇ ਇਹ ਹੁੰਦਾ ਹੀ ਪਿਆ ਹੈ। ਸਤਿਗੁਰਾਂ ਨੇ ਪੇਪਰ ਲਿਆ, ਕਾਗਜ਼ ਲਿਆ ਤੇ ਆਪਣੇ ਨਾ ਖੀਸੇ ਵਿੱਚ ਇਨਸਾਈਡ ਆਪਣੀ ਜੇਬ ਵਿੱਚ ਪਾ ਲਿਆ। ਦਰਖਤ ਦੇ ਉੱਪਰ ਨਾ ਇੱਕ ਚੜ੍ਹਿਆ ਹੋਇਆ ਸੀ, ਉਹਨੂੰ ਚੜਾਇਆ ਹੋਇਆ ਸੀ, ਉਹਨੂੰ ਕਹਿੰਦੇ ਹੁੰਦੇ ਸਨ ਟਾਂਗੂ। ਰੁੱਖ ਦੇ ਉੱਪਰ ਚੜ੍ਹਿਆ, ਜਿਹੜਾ ਦੂਰ ਤੱਕ ਨਾ ਜਿਵੇਂ ਟਾਵਰ ਤੇ ਖੜੋ ਕੇ ਨਜ਼ਰ ਮਾਰਦਾ ਰਹਿੰਦਾ ਵੀ ਕੋਈ ਕੀ ਹਰਕਤ ਦੂਰ ਦੂਰ ਹੋ ਰਹੀ ਹੈ। ਉਹਨੇ ਥੱਲੇ ਉਤਰਦਿਆਂ ਹੋਇਆਂ ਆਖਿਆ, ਮਹਾਰਾਜ ਦੂਰ ਤੱਕ ਨਾ ਧੂੜ ਬੜੀ ਤੇਜ਼ੀ ਨਾਲ ਉੱਡਦੀ ਇੱਧਰ ਵੱਧਦੀ ਨਜ਼ਰ ਆ ਰਹੀ ਹੈ। ਤੇ ਜਿਵੇਂ ਕਿ ਕਪੂਰੇ ਹੋਰਾਂ ਨੇ ਦੱਸਿਆ ਹੈ ਤੇ ਹੋਰ ਸੁਣੇ ਸਾਨੂੰ ਮਿਲੇ ਨੇ ਕਿ ਫੌਜਾਂ ਜਿਹੜੀਆਂ ਨੇ ਬੜੀ ਤੇਜ਼ੀ ਨਾਲ ਪਿੱਛੇ ਆ ਰਹੀਆਂ ਤੇ ਆਪਾਂ ਨਿਕਲੀਏ ਅੱਗੇ। ਸਤਿਗੁਰੂ ਕਹਿਣ ਲੱਗੇ ਚਲੋ ਤੁਰ ਪਏ। ਹਜ਼ੂਰ ਇਹ ਤੁਰ ਪਏ ਤੇ ਉਧਰ ਉਹ ਤੁਰ ਪਏ, ਉਹ ਦੂਜੇ ਪਾਸੇ ਨੂੰ ਤੁਰ ਪਏ। ਗੁਰੂ ਸਾਹਿਬ ਇਸ ਪਾਸੇ ਨੂੰ ਤੁਰ ਪਏ, ਖਿਦਰਾਣੇ ਵਾਲੇ ਪਾਸੇ ਨੂੰ, ਢਾਬ ਵਾਲੇ ਪਾਸੇ ਨੂੰ ਤੁਰ ਪਏ। ਕਿਉਂਕਿ ਢਾਬ 'ਤੇ ਕੰਟਰੋਲ ਕਰਨ ਦਾ ਖਾਸ ਤੌਰ 'ਤੇ ਮਨਸ਼ਾ ਸੀ। ਪਾਣੀ ਦੀ ਕਿੱਲਤ ਕਰਕੇ ਪਰੇਸ਼ਾਨੀ ਹੋਣੀ ਸੀ। ਸਾਨੂੰ ਪਰੇਸ਼ਾਨੀ ਨਾ ਹੋਵੇ, ਜੇ ਸਾਡਾ ਕੰਟਰੋਲ ਹੋਵੇ ਤਾਂ ਦੂਜਿਆਂ ਨੂੰ ਪਰੇਸ਼ਾਨੀ ਹੋਵੇਗੀ। ਖੈਰ ਇੱਥੇ ਪਹੁੰਚ ਗਏ। ਉਧਰ ਉਹ ਉੱਠ ਕੇ ਜਦੋਂ ਨਾ ਤੁਰਨ ਲੱਗੇ ਨਾ, ਭਾਗ ਸਿੰਘ ਹੋਰਾਂ ਦੀ ਵੱਡੀ ਭੈਣ ਸੀ ਭਾਗੋ, ਜਿਨ੍ਹਾਂ ਨੂੰ ਇਤਿਹਾਸ ਵਿੱਚ ਮਾਈ ਭਾਗੋ ਆਖਿਆ ਜਾਂਦਾ ਹੈ। ਬਾਅਦ ਵਿੱਚ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਉਹਨਾਂ ਨੂੰ ਭਾਗ ਕੌਰ ਕਰਕੇ ਯਾਦ ਕੀਤਾ ਗਿਆ, ਜਾਣਿਆ ਗਿਆ। ਫਿਰ ਉਹਨਾਂ ਨੇ ਪਿਆਰ ਨਾਲ ਸਮਝਾਇਆ, ਵੀਰੇ ਤੁਸੀਂ ਆਏ ਕੀ ਕਰਨ ਵਾਸਤੇ ਸੌ ਤੇ ਕਰ ਕੀ ਬੈਠੇ ਹੋ? ਦਰਅਸਲ ਨਾ ਇਹਦਾ ਵੀ ਪਿਛੋਕੜ ਹੈਗਾ ਹੈ। ਇਹ ਬੀਬੀ ਭਾਗ ਕੌਰ ਜਿਹੜੀ ਸੀ, ਭਾਗੋ ਸੀ, ਇਹ ਚੌਧਰੀ ਲੰਗਾਹ ਦਾ ਸਭ ਤੋਂ ਛੋਟਾ ਭਰਾ ਪੇਰੋ ਸ਼ਾਹ ਦਾ ਪੁੱਤਰ ਮਾਲੇ ਸ਼ਾਹ, ਤੇ ਇਹ ਮਾਲੇ ਸ਼ਾਹ ਦੀ ਵੱਡੀ ਬੇਟੀ ਸੀ। ਚਾਰ ਇਹਦੇ ਭਰਾ ਸਨ, ਭਾਗ ਸਿੰਘ, ਦਿਲਬਾਗ ਸਿੰਘ, ਘਰਬਾਰਾ ਸਿੰਘ ਅਤੇ ਇੱਕ ਹੋਰ ਸੱਜਣ। ਚਾਰ ਭਰਾ ਸਨ ਇਹਦੇ। ਕੁਝ ਤਾਂ ਸੁਲਤਾਨ ਸਿੰਘ ਕਹਿੰਦੇ ਨੇ, ਕੁਝ ਕਹਿੰਦੇ ਨੇ ਸੁਲਤਾਨ ਸਿੰਘ ਭਰਾ ਨਹੀਂ ਸੀ, ਸੁਲਤਾਨ ਸਿੰਘ ਇਸ ਦਾ ਜੇਠ ਸੀ, ਵੜੈਚ ਸਨ। ਇਹ ਪੱਟੀ ਦੇ ਦੇਸ ਰਾਜ ਵੜੈਚ ਦੇ ਘਰ ਵਿਆਹੀ ਸੀ ਬੀਬੀ ਭਾਗੋ, ਤੇ ਇਸ ਦੇ ਪਤੀ ਦਾ ਸਤਿਕਾਰਯੋਗ ਜੀ ਦਾ ਨਾਮ ਸੀ ਨਿਧਾਨ ਸਿੰਘ। ਜਾਣ ਪਛਾਣ ਵਾਸਤੇ ਉਹ ਖਾਨਦਾਨਾਂ ਦਾ ਜਿਵੇਂ ਜ਼ਿਕਰ ਹਵਾਲਾ ਦੇ ਲਿਆ ਜਾਂਦਾ ਹੈ, ਉਹ ਵੜੈਚ ਪਰਿਵਾਰ ਸੀ, ਇਹ ਢਿੱਲੋਂ ਪਰਿਵਾਰ ਸੀ। ਦੇਸ ਰਾਜ ਚਲਾਣਾ ਕਰ ਗਿਆ, ਉਸ ਦੇ ਚਲਾਣੇ ਦੇ ਭੋਗ ਤੇ ਸਾਰੇ ਇਕੱਠੇ ਹੋਏ। ਦੇਸ ਰਾਜ ਵੀ ਗੁਰੂ ਕਾ ਸਿੱਖ ਸੀ। ਨਿਧਾਨ ਸਿੰਘ, ਸੁਲਤਾਨ ਸਿੰਘ, ਸਿੰਘ ਸਜੇ ਹੋਏ ਸਨ। ਭਾਗ ਸਿੰਘ, ਦਿਲਬਾਗ ਸਿੰਘ, ਘਰਬਾਰਾ ਸਿੰਘ ਆਦਿ ਇਹ ਸਾਰੇ ਇਹ ਵੀ ਸਿੰਘ ਸਜੇ ਹੋਏ ਸਨ। ਢਿੱਲੋਂ ਪਰਿਵਾਰ ਜਿਤਨਾ ਸੀ, ਚੌਧਰੀ ਲੰਗਾਹ ਦਾ ਪਰਿਵਾਰ। ਆਪਸ ਵਿੱਚ ਰਲ ਬੈਠਿਆਂ ਗੱਲਾਂ ਬਾਤਾਂ ਹੋਈਆਂ ਤੇ ਇਨਫੋਰਮੇਸ਼ਨ ਸਾਂਝੀ ਕੀਤੀ ਬਈ ਅਨੰਦਪੁਰ ਸਾਹਿਬ ਤਾਂ ਆਹ ਸਾਰਾ ਕੁਝ ਹੋ ਗਿਆ ਹੈ, ਗੁਰੂ ਸਾਹਿਬ ਅਨੰਦਪੁਰ ਛੱਡੇ ਆਏ ਨੇ, ਉਸ ਤੋਂ ਬਾਅਦ ਫੌਜਾਂ ਨੇ ਬੜਾ ਨੁਕਸਾਨ ਕੀਤਾ ਹੈ, ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਨੇ, ਤੇ ਚਲੋ ਅਸੀਂ ਉਸ ਵੇਲੇ ਨਹੀਂ ਪਹੁੰਚ ਸਕੇ, ਤੇ ਜੇ ਆਪਾਂ ਹੁਣ ਉੱਦਮ ਕਰੀਏ ਤੇ ਪਤਾ ਲੱਗਾ ਵੀ ਗੁਰੂ ਸਾਹਿਬ ਦੀਨੇ ਕਾਂਗੜ ਆਏ ਨੇ। ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਆਪਾਂ ਉੱਥੇ ਚੱਲ ਕੇ ਮਹਾਰਾਜ ਨਾਲ ਸ਼ਬਦ ਵਰਤਿਆ, ਪਰਚਾਉਣੀ ਕਰੀਏ, ਹਮਦਰਦੀ ਪ੍ਰਗਟ ਕਰੀਏ, ਸਿੱਖਾਂ ਉਹਨਾਂ ਦੇ ਅਸੀਂ। ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਕਿ ਜੇ ਉਹ ਇੱਧਰ ਅੰਮ੍ਰਿਤਸਰ ਆ ਜਾਣ ਤੇ ਆਪਾਂ ਸਰਕਾਰ ਦੇ ਨਾਲ ਸੁਲ੍ਹਾ ਸਫਾਈ ਕਰਵਾ ਦਈਏ, ਕਿਉਂਕਿ ਅਸੀਂ ਚੌਧਰੀ ਹਾਂ। ਹੁਣ ਧਿਆਨ ਰੱਖਣ ਵਾਲੀ ਗੱਲ ਹੈ, ਚੌਧਰੀ ਕਿੱਡੇ ਵੱਡੇ ਸਨ। ਚੌਧਰੀ ਲੰਗਾਹ ਦੇ ਸਮੇਂ ਇਹਨਾਂ ਦੇ ਕੋਲ 84 ਪਿੰਡ ਸਨ।
ਬਾਅਦ ਵਿੱਚ ਲੰਗਾਹਾ ਦਾ ਪੁੱਤਰ ਹੋਇਆ ਸਿਕੰਦਰ। ਸਿਕੰਦਰ ਨੇ ਤੇ 17 ਪਿੰਡ ਹੋਰ ਜਿਹੜੇ ਸਨ ਨਾ ਉਹ ਖਰੀਦੇ ਤੇ ਨਾਲ ਜੋੜੇ। ਕਿੰਨੇ ਪਿੰਡ ਹੋ ਗਏ? 101 ਪਿੰਡ। ਕੁਝ ਇਤਿਹਾਸਕਾਰ ਕਹਿੰਦੇ ਨੇ ਇਸ ਵੇਲੇ ਸਿਕੰਦਰ ਨੇ ਹੋਰ ਵਾਧਾ ਕੀਤਾ, 111 ਪਿੰਡ ਹੋ ਗਏ ਜਿਹੜੇ ਇਹਨਾਂ ਦੇ ਆਪਣੇ ਹੋ ਗਏ। ਔਰ ਉੱਥੋਂ 3 ਲੱਖ ਦਾ ਮਾਲੀਆ ਇਹਨਾਂ ਪਿੰਡਾਂ ਦੇ ਵਿੱਚੋਂ ਪੈਦਾ ਹੁੰਦਾ ਸੀ, 3 ਲੱਖ ਰੁਪਏ ਦਾ ਹਰ ਸਾਲ ਦਾ। ਇਹ 3 ਇਲਾਕੇ ਸਨ ਪੱਟੀ ਦੇ ਅਧੀਨ, ਝਬਾਲ, ਨਸ਼ਹਿਰਾ ਪਨੂਆ ਤੇ ਨਸ਼ਹਿਰਾ ਢਾਲਾ। ਇਹਨਾਂ ਨੂੰ ਚੌਧਰੀ ਆਖਿਆ ਜਾਂਦਾ ਸੀ। 3-3 ਲੱਖ ਨਸ਼ਹਿਰੇ ਢਾਲੇ ਤੋਂ ਤੇ ਪਨੂਆ ਤੋਂ ਤੇ 3 ਲੱਖ ਇੱਥੋਂ ਝਬਾਲ ਤੋਂ ਪੈਦਾ ਹੁੰਦਾ ਸੀ। ਇਹ 9 ਲੱਖ ਰੁਪਇਆ ਇਕੱਠਾ ਕਰਕੇ ਹਰ ਸਾਲ ਤਾਰਨ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਝਬਾਲ ਵਾਲਿਆਂ ਦੀ ਸੀ। ਇੱਕ ਗੱਲ। ਦੂਜੀ ਗੱਲ ਕਿ ਝਬਾਲ ਦੇ ਨੇੜਿਓਂ ਸ਼ਾਹੀ ਸੜਕ ਲੰਘਦੀ ਸੀ ਜਿੱਥੋਂ ਖਜ਼ਾਨਾ ਵਗੈਰਾ ਜਾਇਆ ਕਰਦਾ ਸੀ ਤੇ ਫੌਜਾਂ ਆਇਆ ਜਾਇਆ ਕਰਦੀਆਂ ਸਨ। ਉਸ ਦੀ ਸਿਕਿਉਰਿਟੀ ਦੀ ਸਾਰੀ ਜ਼ਿੰਮੇਵਾਰੀ ਦਾ ਠੇਕਾ ਜਿਹੜਾ ਸੀ ਉਹ ਵੀ ਝਬਾਲ ਵਾਲਿਆਂ ਕੋਲ ਸੀ। ਔਰ ਸਰਦਾਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਅਸਲ ਵਿੱਚ ਇਹਨਾਂ ਦੀ ਚੁਗੱਤਿਆਂ ਨਾਲ ਇੰਨੀ ਬਣਦੀ ਸੀ, ਸ਼ਬਦ ਵਰਤਿਆ ਚੁਗੱਤਾ, ਜਿਹੜੇ ਲਾਹੌਰ ਵਾਲੇ ਬੈਠੇ ਸਨ ਮੁਗਲ ਸਰਕਾਰ ਦੇ ਕਰਿੰਦੇ, ਉਹਨਾਂ ਨੂੰ ਚੁਗੱਤੇ ਆਖਿਆ ਗਿਆ। ਚੁਗੱਤਿਆਂ ਨਾਲ ਇੰਨੀ ਬਣਦੀ ਸੀ ਕਿ ਲੋਕ ਸਮਝਦੇ ਸਨ ਵੀ ਭਾਵੇਂ ਤੁਸੀਂ ਇਹਨਾਂ ਨੂੰ ਮਿਲ ਲਓ, ਝਬਾਲ ਵਾਲਿਆਂ ਨੂੰ ਮਿਲ ਲਓ, ਭਾਵੇਂ ਲਾਹੌਰ ਵਾਲਿਆਂ ਨੂੰ ਮਿਲ ਲਓ, ਗੱਲ ਇੱਕੋ ਹੀ ਹੈ। ਇੰਨੀ ਅਪਰੋਚ ਸੀ ਇਹਨਾਂ ਦੀ। ਮਾਈ ਜੀ ਕਹਿੰਦੇ ਨੇ ਭਾਗੋ ਜੀ ਇਸ ਲਈ ਆਏ ਸੀ, ਸਤਿਗੁਰਾਂ ਨੇ ਤੁਹਾਡੀ ਪ੍ਰਪੋਜ਼ਲ ਰਿਜੈਕਟ ਕਰ ਦਿੱਤੀ ਵੀ ਐਵੇਂ ਨਹੀਂ ਹੋ ਸਕਦਾ। ਠੀਕ ਆ, ਉਹਨਾਂ ਦੀ ਮੌਜ ਹੈ, ਉਹ ਭਵਿੱਖ ਦੀਆਂ ਬਾਤਾਂ ਜ਼ਿਆਦਾ ਜਾਣਦੇ ਨੇ, ਮਹਾਰਾਜ ਤ੍ਰਿਕਾਲਦਰਸ਼ੀ ਨੇ, ਸਭ ਕੁਝ ਜਾਣਦੇ ਨੇ ਉਹ। ਪਰ ਆਏ ਉਹਨਾਂ ਨੂੰ ਪਿਆਰ ਨਾਲ ਲਿਜਾਣ, ਆਪਣੇ ਨਾਲ ਲਿਜਾਣ ਵਾਸਤੇ, ਕੁਝ ਭਲਾ ਕਰਨ ਵਾਸਤੇ, ਤੇ ਲਿਖ ਕੇ ਦਿੱਤਾ ਬਈ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ। ਕਹਿੰਦੇ ਨੇ ਵੀਰੇ ਜੇ ਸਾਡੇ ਜੀਵਨ ਦੇ ਵਿੱਚੋਂ ਗੁਰੂ ਨਿਕਲ ਜਾਵੇ, ਸਿੱਖੀ ਨਿਕਲ ਜਾਵੇ ਤੇ ਬਾਕੀ ਕੀ ਪੱਲੇ ਰਹਿ ਜਾਏਗਾ? ਸਾਡੇ ਕੋਲ ਹੋਰ ਕੀ ਹੈਗਾ? ਇਹ ਗੁਰੂ ਕੀਆਂ ਬਰਕਤਾਂ ਹੀ ਨੇ, ਗੁਰੂ ਕੀਆਂ ਬਖਸ਼ਾਂ ਹੀ ਨੇ। ਔਰ ਤੁਸੀਂ ਭੁੱਲ ਗਏ ਕਿ ਸਾਡੇ ਵੱਡ ਵਡੇਰੇ ਚੌਧਰੀ ਲੰਗਾਹਾ ਹੋਣੀ ਆਪਣੀ ਜਾਨ ਹੋਲ ਕੇ, ਆਪਣੀ ਜਾਨ ਹੋਲ ਕੇ, ਆਪਣੀ ਇੱਜ਼ਤ, ਆਪਣੀ ਚੌਧਰ, ਆਪਣਾ ਸਾਰਾ ਕੁਝ ਖਤਰੇ ਵਿੱਚ ਪਾ ਕੇ ਗੁਰੂ ਘਰ ਦੇ ਨਾਲ ਖੜੋਤੇ ਰਹੇ। ਜੇ 5ਵੇਂ ਪਾਤਸ਼ਾਹ ਲਾਹੌਰ ਗਏ ਨੇ ਤੇ ਉਹਨਾਂ ਦੇ ਨਾਲ ਗਏ ਲਾਹੌਰ, ਭੁੱਖਾਂ ਵੀ ਕੱਟੀਆਂ, ਦੁੱਖ ਵੀ ਕੱਟੇ, ਆਪਣੇ ਅੱਖੀ ਸਾਹਿਬ ਜੀ ਨੂੰ ਸ਼ਹੀਦ ਹੁੰਦੇ ਵੇਖਿਆ, ਫਿਰ ਸੰਭਾਲ ਕੀਤੀ ਉਹਨਾਂ ਦੇ ਸਥਾਨ ਦੀ। ਤੇ ਜਿਸ ਵੇਲੇ ਅਚਾਨਕ ਹੀ ਫੌਜਾਂ ਨੇ ਹਮਲਾ ਕਰ ਦਿੱਤਾ 6ਵੇਂ ਪਾਤਸ਼ਾਹ ਜੀ ਦੇ ਵੇਲੇ, ਤੇ ਗੁਰੂ ਸਾਹਿਬ ਨੇ ਆਪਣੀ ਬੇਟੀ ਨੂੰ ਇੱਥੇ ਝਬਾਲ ਭੇਜ ਦਿੱਤਾ ਤੇ ਆਪ ਇੱਥੇ ਆ ਗਏ। ਸਾਡੇ ਵਡੇਰੇ ਨੇ ਸੰਭਾਲਿਆ ਉਸ ਵੇਲੇ ਸਮੇਂ ਨੂੰ। ਇੱਧਰੋਂ ਤੇ ਉੱਧਰੋਂ ਦੋ ਪਾਸਿਓਂ ਫੌਜਾਂ ਵੀ ਚੜ੍ਹ ਕੇ ਆਈਆਂ। ਸਾਡਾ ਵਡੇਰਾ ਉਹਨਾਂ ਫੌਜਾਂ ਨਾਲ ਲੜਿਆ, ਲੇਕਿਨ ਆਪਣੇ ਕੋਲ ਆਨੰਦ ਕਾਰਜ ਕਰਵਾਇਆ, ਨਹੀਂ ਪਰਵਾਹ ਕੀਤੀ ਕਿ ਮੇਰੇ ਪਰਿਵਾਰ ਨੂੰ ਪੀੜ ਦਿੱਤਾ ਜਾਵੇਗਾ, ਉਹ ਕਰ ਦਿੱਤਾ ਜਾਵੇਗਾ, ਆਹ ਕਰ ਦਿੱਤਾ ਜਾਵੇਗਾ, ਨਾਲ ਨਿਭੇ। ਤੁਸਾਂ ਨੇ ਕੀ ਕੀਤਾ? ਫਿਰ ਸਤਵਿਆਂ ਦੀਆਂ ਗੱਲਾਂ, ਸਿਕੰਦਰ ਦੀਆਂ ਗੱਲਾਂ ਚੇਤੇ ਕਰਵਾਈਆਂ 7ਵੇਂ ਪਾਤਸ਼ਾਹ ਜੀ ਦੇ ਵੇਲੇ। ਰੀਅਲਾਈਜ਼ ਹੋਣ ਲੱਗਾ, ਭੁੱਲ ਹੋ ਗਈ ਸਾਡੇ ਕੋਲ, ਹੁਣ ਕੀ ਕਰੀਏ? ਭਾਗੋ ਜੀ ਹੁਣੀ ਕਹਿੰਦੇ ਨੇ ਫਿਰ ਮੈਂ ਰਾਤੀ ਵੀ ਬੇਨਤੀ ਕਰ ਰਿਹਾ ਸਾਂ, ਕਰਤਾਰ ਕਿਰਪਾ ਕਰੇ ਬੰਦੇ ਭੁੱਲਣ ਨਾ, ਇਹੋ ਜਿਹੀਆਂ ਗੱਲਾਂ ਨਾ ਹੋਣ। ਪਰ ਜੇ ਕਿਤੇ ਭਾਗੋ ਵਰਗੀ ਭੈਣ ਕੋਲ ਹੋਵੇ ਨਾ ਤੇ ਭਰਾ ਥਿੜਕਦੇ ਥਿੜਕਦੇ ਵੀ ਸੰਭਲ ਜਾਂਦੇ ਹੁੰਦੇ ਨੇ। ਇੱਕ ਬਹੁਤ ਵੈਰੀ ਗੁੱਡ ਐਗਜ਼ਾਮਪਲ ਹੈ, ਵੈਰੀ ਗੁੱਡ ਐਗਜ਼ਾਮਪਲ ਹੈ। ਸਾਡੀਆਂ ਭੈਣਾਂ, ਸਾਡੀਆਂ ਬੇਬੇ ਵੀ ਇੰਨੀਆਂ ਚੇਤੰਨ ਹੋਣੀਆਂ ਚਾਹੀਦੀਆਂ ਨੇ, ਇੰਨੀਆਂ ਚੇਤੰਨ ਹੋਣੀਆਂ ਚਾਹੀਦੀਆਂ ਨੇ ਕਿ ਗੁਰੂ ਕੇ ਨਾਲ ਬਣੇ, ਗੁਰੂ ਕੇ ਨਾਲ ਸਾਡੀ ਬਣੀ ਰਹੇ। ਭਾਵੇਂ ਹੁਣ ਦੂਜੇ ਲਫ਼ਜ਼ਾਂ 'ਚ ਇਉਂ ਕਿਹਾ ਜਾਏਗਾ, ਬਾਕੀ ਭਾਵੇਂ ਸਾਡੀ ਝੋਲੀ ਵਿੱਚ ਕੁਝ ਰਹੇ ਤੇ ਭਾਵੇਂ ਨਾ ਰਹੇ। ਮੈਂ ਇਹ ਬਚਨ ਕਿਉਂ ਕੀਤਾ? ਸਮਾਂ ਤੇਜ਼ੀ ਨਾਲ ਚੱਲ ਰਿਹਾ, ਸਮਾਪਤੀ ਕਰਨੀ ਆਪਾਂ ਨੇ। ਇਤਿਹਾਸ ਸਾਰਾ ਕੁਝ ਆਪਾਂ ਨੇ ਪੜ੍ਹਿਆ ਸੁਣਿਆ ਹੋਇਆ ਹੈ, ਪਰ ਅੱਜ ਦਿਨ ਹੈ ਤੇ ਮੇਰਾ ਦੁਹਰਾਉਣਾ ਮੇਰਾ ਫਰਜ਼ ਬਣਦਾ ਹੈ, ਇਸ ਲਈ ਕੇਵਲ ਇਤਿਹਾਸ ਦੀ ਸਿੱਧੀ ਆਪਾਂ ਗੱਲ ਕਰ ਰਹੇ ਹਾਂ।
ਬੇਬੇ ਹੁਣ ਇਹ ਸਮਝਾਉਂਦੀ ਹੈ ਨਾ ਵੀ ਭਾਈ ਗੁਰਦਾਸ ਆਖਦੇ ਨੇ ਜਾ ਕੋ ਲੂਣ ਖਾਈਏ ਤਾਂ ਕੋ ਛੋੜ ਕਬਹੂ ਨਾ ਜਾਈਏ, ਜਾਂ ਕੋ ਲੂਣ ਖਾਈਏ ਤਾਂ ਕਿ ਆਗਾ ਹੋਏ ਜੂਝੀਏ। ਜਿਸ ਗੁਰੂ ਦੇ ਅਸੀਂ ਸਿੱਖ ਹਾਂ, ਜਿਨ੍ਹਾਂ ਦਾ ਨਾਮ ਜਪ ਕੇ ਸਾਡੀਆਂ ਚੌਧਰਾਂ ਚੱਲਦੀਆਂ ਨੇ, ਇੰਨਾ ਮਾਣ ਸਨਮਾਨ ਬਣਿਆ ਹੋਇਆ ਹੈ, ਤਾਂ ਕਿ ਆਗਾ ਹਵੇ ਜੂਝੀਏ। ਉਹਨਾਂ ਦੇ ਅੱਗੇ ਹੋ ਕੇ ਨਾ ਦੁਸ਼ਮਣ ਦੇ ਨਾਲ ਜੂਝਿਆ ਜਾਵੇ, ਲੋਹਾ ਲਿਆ ਜਾਵੇ। ਤੇ ਲੋਹਾ ਲੈਣ ਨਾਲ ਕੀ ਹੋਵੇਗਾ ਫਿਰ? ਹਾਂਜੀ, ਲੋਹਾ ਲੈਣ ਨਾਲ ਕੀ ਹੋਵੇਗਾ? ਅਸੀਂ ਸਮਝ ਸਕਦੇ ਹਾਂ ਨਾ। ਜੂਝਣਾ ਹੈ, ਜਦੋਂ ਵੱਡੀ ਭਾਰੀ ਗਿਣਤੀ ਦੇ ਨਾਲ ਜੂਝਣਾ ਹੈ, ਤੇ ਜੂਝਣ ਦਾ ਮਤਲਬ ਹੈ ਮਰਨਾ, ਮਰਨਾ ਹੀ ਮਰਨਾ ਹੈ। ਔਰ ਮਰਨਾ ਕਿਹਨਾਂ ਨੇ ਆ? ਭੈਣ ਭਰਾਵਾਂ ਨੂੰ ਕਹਿ ਰਹੀ ਮਰਨ ਦੇ ਵਾਸਤੇ। ਹੁਣ ਦੂਜੇ ਲਫ਼ਜ਼ਾਂ 'ਚ ਇਉਂ ਆਖਿਆ ਜਾਵੇਗਾ, ਮਾਈ ਭਾਗੋ ਭਰਾਵਾਂ ਨੂੰ ਹੀ ਨਹੀਂ ਕਹਿ ਰਹੀ, ਮਾਈ ਭਾਗੋ ਆਪਣੇ ਪਤੀ ਨੂੰ ਵੀ ਉੱਥੇ ਦਾਅ 'ਤੇ ਲਾ ਰਹੀ, ਆਪਣੇ ਜੇਠ ਨੂੰ ਵੀ ਉੱਥੇ ਦਾਅ 'ਤੇ ਲਾ ਰਹੀ ਹੈ। ਔਰ ਬਾਅਦ ਵਿੱਚ ਇਹ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ ਜਦੋਂ ਫਿਰ ਬਾਅਦ 'ਚ ਹੱਥ ਜੋੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਖਦੀ ਹੈ ਨਾ, ਦੱਸਦੀ ਹੈ, ਮਹਾਰਾਜ ਨੇ ਪੁੱਛਿਆ ਤੂੰ ਨਾਲ ਕਿਵੇਂ ਆਈ? ਪੁੱਤਰੀ ਸ਼ਬਦ ਵਰਤਿਆ ਮਹਾਰਾਜ, ਪੁੱਤਰੀ ਤੂੰ ਕਿਵੇਂ ਆਈ ਨਾਲ? ਕਹਿੰਦੇ ਕਲਗੀਆਂ ਵਾਲਿਆ, ਮੈਂ ਪੁੱਤਰ ਲੈਣ ਵਾਸਤੇ ਆਈ ਸੀ। ਮੇਰੇ ਮਨ ਵਿੱਚ ਸੀ ਜਿਸ ਵੇਲੇ ਅਸੀਂ ਪਰਚਾਉਣੀ ਕਰ ਲਵਾਂਗੇ, ਬਾਕੀ ਗੱਲਾਂ ਹੋ ਜਾਣਗੀਆਂ, ਤੇ ਮੈਂ ਨਾ, ਮੇਰੇ ਘਰ ਸੰਤਾਨ ਨਹੀਂ ਹੋਈ, ਮੈਂ ਮੰਗਾਂਗੀ ਕਲਗੀਆਂ ਵਾਲਿਆ ਮੇਰੇ ਝੋਲੀ 'ਚ ਇੱਕ ਪੁੱਤਰ ਦੀ ਦਾਤ ਪਾ ਦਿਓ ਤੁਸੀਂ। ਪਾਤਸ਼ਾਹ ਕਹਿੰਦੇ ਨੇ ਜਦੋਂ ਇਹਨਾਂ ਨੂੰ ਸਿੱਖਿਆ ਦੇਣ ਲੱਗੀ ਸੈਂ ਉਦੋਂ ਧਿਆਨ ਨਹੀਂ ਕੀਤਾ। ਫਿਰ ਉੱਥੇ ਨਾ ਬੇਬੇ ਆਖਦੀ, ਜਿਸ ਕਰਕੇ ਅਸੀਂ ਮਾਣ ਕਰਦੇ ਹਾਂ ਮਾਈ ਭਾਗੋ ਤੇ, ਮਾਈ ਭਾਗੋ ਆਖਦੇ ਨੇ ਕਲਗੀਆਂ ਵਾਲਿਆ ਤੁਸੀਂ ਸਰਬੰਸਦਾਨੀ ਹੋ, ਤੁਸਾਂ ਪਿਤਾ ਹੀ ਨਹੀਂ ਵਾਰਿਆ ਸੀ, ਪੁੱਤਰ ਵੀ ਵਾਰੇ, ਸਾਰਾ ਕੁਝ ਵਾਰਿਆ, ਤੁਸਾਂ ਕੁਰਬਾਨ ਕੀਤਾ। ਮੈਂ ਵਿਚਾਰੀ ਦੀ ਝੋਲੀ ਵਿੱਚ ਤਾਂ ਹੈ ਹੀ ਕੁਛ ਨਹੀਂ ਸੀ, ਜੇ ਮੇਰੇ ਕੋਲ ਹੁੰਦਾ ਤੇ ਮੈਂ ਇਹ ਵੀ ਉਹ ਵੀ ਕੁਰਬਾਨ ਕਰ ਦਿੰਦਾ। ਵਾਹ, ਇਹਨਾਂ ਦੀ ਪ੍ਰੇਰਣਾ ਦੇ ਨਾਲ ਫਿਰ ਮੁੜਦੇ ਨੇ, ਫਿਰ ਹਾਂਜੀ ਸ਼ਹੀਦ ਹੁੰਦੇ ਨੇ, ਜ਼ਖਮੀ ਹੁੰਦੇ ਨੇ। ਅੰਤਮ ਪਲ ਦੀਆਂ ਬਾਤਾਂ ਨੇ, ਜਦੋਂ ਭਾਈ ਮਣੀ ਸਿੰਘ ਦੇ ਇੱਕ ਭਰਾ ਵੀ ਇਹਨਾਂ ਦੇ ਵਿੱਚ ਹੁੰਦੇ ਨੇ, ਰਾਏ ਸਿੰਘ, ਉਹਨਾਂ ਦੇ ਪੁੱਤਰ ਮਹਾਂ ਸਿੰਘ ਤੇ ਸੀਤਲ ਸਿੰਘ ਵੀ ਹੁੰਦੇ ਨੇ। ਤੇ ਇਉਂ ਸਾਡੇ ਸਾਖੀਕਾਰ ਲਿਖਦੇ ਨੇ ਵੀ ਅੰਤ ਸਮੇਂ ਨਾ ਮਹਾਂ ਸਿੰਘ ਔਰ ਰਾਏ ਸਿੰਘ ਇਹ ਅਜੇ ਸਿਸਕਦੇ ਹੁੰਦੇ ਨੇ, ਸਹਿਕਦੇ ਹੁੰਦੇ ਨੇ। ਜਦੋਂ ਫਿਰ ਹੱਥ ਜੋੜ ਕੇ ਆਖਦੇ ਨੇ ਮਹਾਰਾਜ ਭੁੱਲ ਬੜੀ ਹੋ ਗਈ, ਪਰ ਸੋ ਕਾਗਦ ਦਿਓ ਫਾਰ ਇਥਾਏ, ਜਿੱਥੇ ਅਸੀਂ ਲਿਖਿਆ ਸੀ ਨਾ ਤੁਸੀਂ ਸਾਡੇ ਗੁਰੂ ਨਹੀਂ ਹੈਗੇ, ਅਸੀਂ ਤੁਹਾਡੇ ਸਿੱਖ ਨਹੀਂ ਹੈਗੇ, ਉਹ ਕਾਗਜ਼ ਇੱਥੇ ਫਾੜ ਦਿਓ। ਬਸ ਇਹੀ ਭਾਵਨਾ ਹੈ। ਮਹਾਰਾਜ ਨੇ ਸਾਰੀਆਂ ਆਫਰ ਕੀਤੀਆਂ ਸੀ, ਉਮਰ ਲੰਬੀ ਹੋ ਸਕਦੀ ਹੈ, ਸੁਰਗ ਮਿਲ ਸਕਦੇ ਨੇ, ਰਾਜ ਮਿਲ ਸਕਦੇ ਨੇ, ਸਭ ਕੁਝ ਮਿਲ ਸਕਦਾ ਹੈ। ਕਹਿੰਦੇ ਨੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਹੋਰ, ਤੁਸੀਂ ਚਾਹੀਦੇ ਹੋ। ਤੁਸੀਂ ਨਾ ਹੋ, ਸਾਡੀ ਝੋਲੀ ਵਿੱਚ ਤੁਹਾਡੀ ਸਿੱਖੀ ਨਾ ਹੋਵੇ ਤੇ ਬਾਕੀ ਸਾਰੇ ਕੁਝ ਦਾ ਕੀ ਅਰਥ ਹੋਇਆ? ਕਿਰਪਾ ਕਰੋ ਉਹ ਜਿਹੜਾ ਲਿਖਿਆ ਗਿਆ ਨਾ ਭੁੱਲ ਵਿੱਚ ਆ ਕੇ ਉਹ ਕਾਗਜ਼ ਪਾੜ ਦਿਓ। ਮਹਾਰਾਜ ਨੇ ਕਾਗਜ਼ ਵੀ ਪਾੜਿਆ, ਤੇ ਕਾਗਜ਼ ਪਾੜ ਕੇ ਫਿਰ ਸੀਨੇ ਨਾਲ ਵੀ ਲਾਇਆ, ਫਿਰ ਧੰਨ ਧੰਨ ਵੀ ਆਖਿਆ। ਹਾਂਜੀ, ਧੰਨ ਸਿੱਖੀ ਆਖਿਆ। ਅਰ ਖਿਦਰਾਣੇ ਕਰ ਮੁਕਤ ਸਰ ਮੁਕਤ ਮੁਕਤ ਗੁਰਕੀਨ। ਭਾਈ ਸੰਤੋਖ ਸਿੰਘ ਹੋਰਾਂ ਦੇ ਲਫ਼ਜ਼ ਲਿਖੇ, ਸਾਰਿਆਂ ਨੂੰ ਮੁਕਤ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਬਰ ਦੀਨੋ ਇਹ 5000 7000 10,000 20,000 ਹੈ ਮੇਰੋ 30,000 ਇਸਕੋ ਤੇਰੋ। ਇੱਕ ਸਿੱਖ ਬਹੁਤ ਅੱਗੇ ਵੱਧ ਕੇ ਜਿਹੜਾ ਸ਼ਹੀਦ ਹੋਇਆ ਪਿਆ ਸੀ, ਗੁਰੂ ਸਾਹਿਬ ਨੇ ਉਹਨੂੰ 1.25 ਲੱਖ ਆਖਿਆ। ਰੁਪਈਆਂ ਦੀ ਗੱਲ ਨਹੀਂ, ਮਰਤਬੇ ਦੀ ਗੱਲ ਹੈ। ਪਦਵੀਆਂ ਦਿੱਤੀਆਂ ਗੁਰੂ ਸਾਹਿਬ ਨੇ, ਖੁਸ਼ੀਆਂ ਬਖਸ਼ੀਆਂ। ਔਰ ਜਿਸ ਵੇਲੇ ਉਹ ਨਿਸ਼ਾਨੀ ਵੀ ਮੈਂ ਰਾਤੀ ਵੀ ਕਹਿ ਚੁੱਕਾ ਸਾਂ, ਹੁਣ ਸਮਾਂ ਮੁੱਕ ਗਿਆ ਤੇ ਮੈਂ ਇੱਕ ਵਾਰ ਦੁਹਰਾ ਦਿਆਂ। ਸਤਿਗੁਰੂ ਮਹਾਰਾਜ ਨੇ ਉਸ ਵੇਲੇ ਜਿਹੜਾ ਜਾਮਾ ਪਾਇਆ ਹੋਇਆ ਸੀ ਉਹ ਭਾਈ ਡੱਲ ਸਿੰਘ ਦੇ ਕੋਲ ਸਾਂਭਿਆ ਪਿਆ ਅਜੇ ਵੀ। ਔਰ ਮੈਂ ਦੇਖਿਆ ਧਿਆਨ ਨਾਲ, ਜਿੱਥੇ ਸਿਰ ਰੱਖਿਆ ਉਹਨਾਂ ਦਾ, ਉਸ ਕੁੜਤੇ 'ਤੇ ਖੂਨ ਦੇ ਦਾਗ ਨੇ, ਤੇ ਕੁੜਤੇ ਦੇ ਥੱਲੇ ਪਜਾਮੇ ਦੇ ਉੱਪਰ ਖੂਨ ਦੇ ਦਾਗ ਅਜੇ ਵੀ ਦੇਖੇ ਜਾ ਸਕਦੇ ਨੇ। ਪਰ ਇਹ ਕਹਿ ਰਹੇ ਨੇ, ਸੁਣੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ। ਅਸੀਂ ਤੁਹਾਡੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਤੇ ਕਿਰਪਾ ਕਰੋ ਪ੍ਰਭ ਜੀਓ, ਖਸਮਾਨਾ ਕਰ ਪਿਆਰੇ,
बुरे भले हम थारे, बुरे भले हम थारे, बुरे भले हम। ਅਸੀਂ ਬੁਰੇ ਹਾਂ, ਅਸੀਂ ਭਲੇ ਹਾਂ, ਹਰ ਹਾਲਤ ਵਿੱਚ ਤੁਹਾਡੇ ਹਾਂ। ਫਿਰ ਕੀ ਹੁੰਦਾ ਹੈ? ਗੁਰੂ ਪਾਤਸ਼ਾਹ ਕੀ ਕਰਦੇ ਨੇ? ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ, ਪਹਿਰ ਸਿਰ ਪਾਓ, ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸਰ ਪਾਸ਼ੁਦਾ ਪਾ ਸਰਸ਼ੁਦਾ, ਦਰ ਰਾਹੇ ਮੁਹੱਬਤ ਗੋਏਮ, ਵਾ ਲੇਕਨ ਸਾਰੋ ਪਾ ਨਾ ਰਾਸ਼ਾ ਨਾਸਨੇ। ਮਹਾਰਾਜ ਨੇ ਆਪਣੇ ਨਾਲ ਜੋੜ ਕੇ ਸਦਾ ਲਈ ਮੁਕਤ ਹੀ ਨਹੀਂ ਕੀਤਾ, ਆਪਣੇ ਵਿੱਚ ਅਭੇਦ ਕਰ ਲਿਆ। ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਮੈਂ ਨਮਸਕਾਰ ਕਰਦਾ ਔਰ ਭਾਵਨਾ ਰੱਖਦਾ। ਸਾਡੀਆਂ ਭੈਣਾਂ ਦੇ ਵਾਸਤੇ ਮਾਈ ਭਾਗੋ ਦਾ ਮਾਡਲ ਬਹੁਤ ਵਧੀਆ ਮਾਡਲ ਹੈ, ਬਹੁਤ ਕਮਾਲ ਦਾ ਮਾਡਲ ਹੈ। ਔਰ ਸਾਰੀਆਂ ਭੈਣਾਂ ਨੂੰ, ਸਾਡੀਆਂ ਧੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਆਪ ਸਿੱਖੀ ਵਿੱਚ ਨਿਪੁੰਨ ਹੋਣ, ਦ੍ਰਿੜ ਹੋਣ, ਅਤੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਭੈਣਾਂ ਭਾਈਆਂ ਨੂੰ ਦ੍ਰਿੜ ਕਰਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਪ੍ਰਾਪਤ ਹੋਣਗੀਆਂ। ਇੰਨੀ ਸੇਵਾ ਪ੍ਰਵਾਨ ਕਰਿਓ ਜੇ। ਮੈਂ ਹੱਥ ਜੋੜ ਕੇ ਸਭਨਾਂ ਦੇ ਪਾਸੋਂ ਖਿਮਾ ਮੰਗਦਾ। ਇਸ ਸਮੇਂ ਦੇ ਦੌਰਾਨ, 4 ਹਫ਼ਤਿਆਂ ਦੇ ਦੌਰਾਨ ਵਿਚਾਰਾਂ ਕਰਦਿਆਂ ਹੋਇਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਊਣਤਾਈਆਂ ਰਹਿ ਗਈਆਂ ਹੋਣਗੀਆਂ। ਦਾਸ ਜਾਣ ਕੇ ਖਿਮਾ ਬਖਸ਼ਿਓ ਜੇ, ਅਸੀਸਾਂ ਦਿਓ ਜੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੁਚੱਜੇ ਢੰਗ ਦੇ ਨਾਲ ਗੁਰੂ ਪੰਥ ਦੀ ਸੇਵਾ ਨਿਭਾਈ ਜਾ ਸਕੇ। ਮੈਂ ਪ੍ਰਬੰਧ ਦਾ, ਮਾਣਯੋਗ ਗਿਆਨੀ ਜੀ ਸਾਹਿਬਾਨ ਦਾ, ਬਾਜਵਾ ਸਾਹਿਬ ਦਾ ਅਤੇ ਸਾਰੇ ਮੇਰੇ ਵੀਰਾਂ ਦਾ, ਲੰਗਰ ਵਿੱਚ ਵੀ ਸੇਵਾ ਕਰਦੇ ਸਭਨਾਂ ਦਾ, ਔਰ ਸਾਡੇ ਰਾਗੀ ਸਿੰਘ ਬੜਾ ਪਿਆਰ ਦਿੰਦੇ ਨੇ, ਬਹੁਤ ਸਹਿਯੋਗ ਦਿੰਦੇ ਨੇ, ਹਰ ਤਰ੍ਹਾਂ ਕਰਕੇ ਬੜਾ ਆਨੰਦ ਬਣਾਇਆ ਇਹਨਾਂ ਨੇ। ਮੈਂ ਸਭਨਾਂ ਦਾ ਧੰਨਵਾਦ ਕਰਦਾ ਅਤੇ ਮੇਰੇ ਪਾਸੋਂ ਰਹੀਆਂ ਭੁੱਲਾਂ ਦੀ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ। ਚੜ੍ਹਦੀ ਕਲਾ ਵਾਲੇ ਗੁਰਮੁਖ ਪਿਆਰੇ ਮੀਕਾ ਸਿੰਘ ਆਉਂਦੇ ਨੇ ਲਗਾਤਾਰ ਅਤੇ ਰਿਕਾਰਡਿੰਗ ਕਰਕੇ ਅਤੇ ਇੰਟਰਨੈਸ਼ਨਲੀ ਦਿਖਾ ਰਹੇ ਨੇ ਚੜ੍ਹਦੀ ਕਲਾ TV 'ਤੇ। ਮੇਰੇ ਧੰਨਵਾਦ ਦੇ ਪਾਤਰੋ ਤੁਸੀਂ, ਦਰਦੀ ਸਾਹਿਬ, ਸਾਰਾ ਪਰਿਵਾਰ। ਗੱਜ ਕੇ ਕਿਰਪਾ ਕਰੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।